ਵੈਲਕਮ ਮਾਈ ਔਨਲਾਈਨ ਕਲਾਸਿਸ ਦੋਸਤੋ, ਮੇਰੀ ਔਨਲਾਈਨ ਕਲਾਸ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ। ਅੱਜ ਦੋਸਤੋ ਅਸੀਂ ਚਾਰਟ ਐਕਟ 1853 ਅਤੇ 1858 ਅਤੇ ਇੰਡੀਅਨ ਕੌਂਸਲ ਐਕਟ 1861 ਅਤੇ 1892 ਇਹਨਾਂ ਨਾਲ ਪੇਪਰਾਂ ਦੇ ਵਿੱਚ ਪੁੱਛੇ ਜਾਣ ਵਾਲੇ ਮਹੱਤਵਪੂਰਨ ਕੁਐਸਚਨ ਆਨਸਰ ਅਸੀਂ ਇਸ PDF ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਇਹਨਾਂ ਨਾਲ ਵਿਸਤਾਰਪੂਰਵਕ ਜਾਣਕਾਰੀ ਵੀ ਤੁਹਾਨੂੰ ਦੇਵਾਂਗੇ। ਦੋਸਤੋ, ਪਹਿਲਾ ਪ੍ਰਸ਼ਨ ਹੈ 1853 ਚਾਰਟ ਐਕਟ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਵਿਲੀਅਮ ਬੈਕਟ, ਲਾਰਡ ਡਲਹੌਜੀ, ਲਾਰਡ ਕੈਨਿੰਗ ਅਤੇ ਲਾਰਡ ਕਲੈਬ। ਦੋਸਤੋ, ਸਾਨੂੰ ਪਤਾ ਹੈ ਕਿ 1853 ਦੇ ਐਕਟ ਸਮੇਂ ਲਾਰਡ ਡਲਹੌਜੀ ਸੀ। ਲਾਰਡ ਡਲਹੌਜੀ ਜਿਸ ਦਾ ਸਮਾਂ 1848 ਤੋਂ ਲੈ ਕੇ 1856 ਸੀ। ਵਿਲੀਅਮ ਬੈਕਟ ਜਿਸ ਦਾ ਸਮਾਂ 1829 ਤੋਂ ਲੈ ਕੇ 1835 ਸੀ। ਲਾਰਡ ਕਲੈਬ ਜਿਹੜਾ ਕਿ ਬੰਗਾਲ ਦਾ ਪਹਿਲਾ ਗਵਰਨਰ ਸੀ, ਜਿਹਦਾ ਸਮਾਂ ਲਗਭਗ 1760 ਸੀ। ਅਤੇ ਲਾਰਡ ਕੈਨਿੰਗ ਜਿਹੜਾ ਕਿ ਲਾਰਡ ਡਲਹੌਜੀ ਤੋਂ ਬਾਅਦ ਬਣਦਾ, ਜਿਹਦਾ ਸਮਾਂ 1856 ਤੋਂ ਲੈ ਕੇ 1861 ਸੀ, ਜਿਹੜਾ ਕਿ ਇੰਡੀਆ ਦਾ ਪਹਿਲਾ ਵਾਇਸਰਾਏ ਸੀ। ਅਤੇ ਲਾਰਡ ਕਲੈਬ ਜਿਹੜਾ ਬੰਗਾਲ ਦਾ ਪਹਿਲਾ ਗਵਰਨਰ ਸੀ। ਵਿਲੀਅਮ ਬੈਕਟ ਜਿਹੜਾ ਕਿ ਬੰਗਾਲ ਦਾ ਲਾਸਟ ਗਵਰਨਰ ਜਨਰਲ ਅਤੇ ਇੰਡੀਆ ਦਾ ਫਸਟ ਗਵਰਨਰ ਜਨਰਲ ਸੀ। ਕਿਸ ਐਕਟ ਦੇ ਅਧੀਨ ਭਾਰਤ ਦੇ ਗਵਰਨਰ ਜਨਰਲ ਦੀ ਕਾਰਜ ਪਰਿਸ਼ਦ ਵਿੱਚ 5ਵਾਂ ਮੈਂਬਰ ਸ਼ਾਮਲ ਕੀਤਾ ਗਿਆ ਸੀ? ਦੋਸਤੋ, 1793 ਦੇ ਐਕਟ ਦੇ ਅਧੀਨ ਇੰਡੀਆ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਬਣਿਆ ਸੀ ਵਾਰਨ ਹੈਸਟਿੰਗ। ਉਦੋਂ ਵਾਰਨ ਹੈਸਟਿੰਗ ਦੀ ਕਾਰਜ ਪਰਿਸ਼ਦ ਦੇ ਵਿੱਚ ਟੋਟਲ 4 ਮੈਂਬਰ ਸੀ। ਜਦੋਂ 1784 ਦਾ ਈਸਟ ਇੰਡੀਆ ਐਕਟ ਆਇਆ, ਉਦੋਂ ਉਹਨਾਂ ਮੈਂਬਰਾਂ ਦੀ ਜਿਹੜੀ ਸੰਖਿਆ ਸੀ ਉਹ 3 ਰਹਿ ਗਈ ਸੀ। ਜਦੋਂ 1833 ਦਾ ਐਕਟ ਆਇਆ, ਜਿਸ ਦੇ ਅਧੀਨ ਲਾਰਡ ਵਿਲੀਅਮ ਬੈਕਟ ਨੇ ਗਵਰਨਰ ਜਨਰਲ ਦੀ ਕਾਰਜ ਪਰਿਸ਼ਦ ਦੇ ਵਿੱਚ ਚੌਥਾ ਮੈਂਬਰ ਸ਼ਾਮਲ ਕਰ ਦਿੱਤਾ ਸੀ, ਜਿਹੜਾ ਕਿ ਕਾਨੂੰਨੀ ਮੈਂਬਰ ਸੀ ਲਾਰਡ ਮੈਕਲੀ। 5ਵਾਂ ਮੈਂਬਰ ਦੋਸਤੋ 1861 ਦੇ ਐਕਟ ਦੇ ਅਧੀਨ ਸ਼ਾਮਲ ਕੀਤਾ ਗਿਆ ਸੀਗਾ ਗਵਰਨਰ ਜਨਰਲ ਦੀ ਕਾਰਜ ਪਰਿਸ਼ਦ ਦੇ ਵਿੱਚ। ਸਿਵਲ ਸੇਵਾਵਾਂ ਲਈ ਖੁੱਲ੍ਹੀ ਪ੍ਰਤੀਯੋਗਤਾ ਕਦੋਂ ਸ਼ੁਰੂ ਹੋਈ ਸੀ? ਇੰਡੀਆ ਦੇ ਵਿੱਚ ਸਿਵਲ ਸੇਵਾਵਾਂ ਦੇ ਲਈ ਦੋਸਤੋ ਖੁੱਲ੍ਹੀ ਜਿਹੜੀ ਪ੍ਰਤੀਯੋਗਤਾ ਸੀ ਉਹ ਦੋਸਤੋ 1853 ਦੇ ਐਕਟ ਦੇ ਅਧੀਨ ਸ਼ੁਰੂ ਹੋਈ ਸੀ। ਇੰਡੀਆ ਦੇ ਵਿੱਚ IAS ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸਤਿੰਦਰ ਨਾਥ ਟੈਗੋਰ ਸੀ। ਕਿਸ ਐਕਟ ਦੇ ਅਧੀਨ ਕਾਰਜ ਪਰਿਸ਼ਦ ਵਿਧਾਨ ਪਰਿਸ਼ਦ ਤੋਂ ਵੱਖ ਕੀਤੀ ਗਈ ਸੀ? ਦੋਸਤੋ, ਇੰਡੀਆ ਦੇ ਵਿੱਚ 1853 ਦੇ ਐਕਟ ਦੇ ਅਧੀਨ ਕਾਰਜ ਪਰਿਸ਼ਦ ਵਿਧਾਨ ਪਰਿਸ਼ਦ ਤੋਂ ਵੱਖ ਕੀਤੀ ਗਈ ਸੀ। ਪਹਿਲਾਂ ਕਿ ਇਕੱਲੇ ਵਾਇਸਰਾਏ ਦੀ ਕਾਰਜ ਪਰਿਸ਼ਦ ਹੁੰਦੀ ਸੀ ਗਵਰਨਰ ਜਨਰਲ ਦੀ, ਅਤੇ 1853 ਦੇ ਵਿੱਚ ਵਿਧਾਨ ਪਰਿਸ਼ਦ ਬਣ ਗਈ ਸੀ ਜਿਸ ਦੇ 6 ਮੈਂਬਰ ਸਨ। ਕਿਸ ਐਕਟ ਦੇ ਅਧੀਨ ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰੀ ਖਤਮ ਕੀਤਾ ਗਿਆ ਸੀ? ਦੋਸਤੋ, ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਜਦੋਂ ਕਿ ਇੰਡੀਆ ਦੇ ਵਿੱਚ ਈਸਟ ਇੰਡੀਆ ਕੰਪਨੀ ਆਉਂਦੀ ਹੈ ਤਾਂ ਉਸ ਦੀ ਇੱਕ ਬੋਰਡ ਆਫ ਡਾਇਰੈਕਟਰੀ ਸੀ ਜਿਸ ਦੇ 24 ਮੈਂਬਰ ਸਨ। ਜਦੋਂ ਕਿ ਈਸਟ ਇੰਡੀਆ ਐਕਟ 1784 ਵਿੱਚ ਆਇਆ, ਉਹ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਵੇਖਣ ਦੇ ਲਈ ਇੱਕ ਐਕਟ ਪਾਸ ਕਰਦਾ, ਜਿਸ ਦੇ ਅਧੀਨ ਬੋਰਡ ਆਫ ਕੰਟਰੋਲ ਦੀ ਸਥਾਪਨਾ ਹੁੰਦੀ ਹੈ, ਜਿਸ ਦੇ ਦੋਸਤੋ 6 ਮੈਂਬਰ ਸੀ। ਪਰ 1858 ਦਾ ਐਕਟ 1857 ਦੇ ਵਿਦਰੋਹ ਤੋਂ ਬਾਅਦ ਆਉਂਦਾ। ਇਸ ਐਕਟ ਦੇ ਅਧੀਨ ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰੀ ਦਾ ਖਾਤਮਾ ਕੀਤਾ ਜਾਂਦਾ। ਇਸ ਦੀ ਥਾਂ 'ਤੇ ਦੋਸਤੋ ਸੈਕਟਰੀ ਆਫ ਸਟੇਟ ਦੀ ਸਥਾਪਨਾ ਹੁੰਦੀ ਹੈ, ਜਿਸ ਦੇ ਦੋਸਤੋ 15 ਮੈਂਬਰ ਸੀ। ਇਹਦਾ ਮਤਲਬ ਕਿਸ ਐਕਟ ਦੇ ਅਧੀਨ? 1858 ਦੇ ਐਕਟ ਦੇ ਅਧੀਨ। ਕਿਸ ਐਕਟ ਦੇ ਅਧੀਨ ਲੈਪਸ ਦਾ ਸਿਧਾਂਤ ਖਤਮ ਕੀਤਾ ਗਿਆ? ਦੋਸਤੋ, 1857 ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਕਹਿ ਸਕਦੇ ਹਾਂ ਆਪਾਂ, ਇੱਕ ਕਾਰਨ ਲੈਪਸ ਦਾ ਸਿਧਾਂਤ ਸੀ ਜਿਹੜਾ ਕਿ ਲਾਰਡ ਡਲਹੌਜੀ ਨੇ ਸਟਾਰਟ ਕੀਤਾ ਸੀ। ਲੈਪਸ ਦੇ ਸਿਧਾਂਤ ਦੇ ਅਧੀਨ ਦੋਸਤੋ ਕੀ ਹੁੰਦਾ ਸੀ, ਜੇਕਰ ਕਿਸੇ ਰਾਜੇ ਦੇ ਔਲਾਦ ਨਹੀਂ ਹੁੰਦੀ ਸੀ, ਉਹਦਾ ਗੋਤਲੀਆ ਪੁੱਤਰ ਨੂੰ ਈਸਟ ਇੰਡੀਆ ਕੰਪਨੀ ਰਾਜ ਨਹੀਂ ਦਿੰਦੀ ਸੀ ਜਦੋਂ ਕਿ ਰਾਜੇ ਦੀ ਡੈਥ ਹੋ ਜਾਂਦੀ ਸੀ। ਉਦਾਹਰਨ ਵਜੋਂ ਨਾਨਾ ਸਾਹਿਬ ਜਿਹੜਾ ਕਿ ਪੇਸ਼ਵਾ ਬਾਜੀ ਰਾਓ ਦਾ ਸੈਕੰਡ ਦਾ ਗੋਦਲਿਆ ਪੁੱਤਰ ਸੀ, ਸਰਕਾਰ ਨੇ ਪੇਸ਼ਵਾ ਬਾਜੀ ਰਾਓ ਦੀ ਡੈਥ ਤੋਂ ਬਾਅਦ ਉਹਦੀ ਪੈਨਸ਼ਨ ਬੰਦ ਕਰ ਦਿੱਤੀ ਸੀ। ਉਦਾਹਰਨ ਨੰਬਰ 2, ਰਾਣੀ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਜਿਹੜੀ ਕਿ ਗੰਗਾ ਰਾਓ ਦੀ ਵਾਈਫ ਸੀ, ਉਸ ਦਾ ਗੋਦ ਲਿਆ ਪੁੱਤਰ ਵੀ ਅੰਗਰੇਜ਼ਾਂ ਨੇ ਗੱਦੀ ਲਈ ਸਵੀਕਾਰ ਨਹੀਂ ਕੀਤਾ ਸੀ।
ਲੈਫ ਦਾ ਸਿਧਾਂਤ ਦੋਸਤੋ 1857 ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਮੰਨਿਆ ਗਿਆ ਸੀ। ਤਾਂ ਕਰਕੇ ਜਦੋਂ 1858 ਦਾ ਚਾਰਟ ਐਕਟ ਆਇਆ, ਉਸ ਦੇ ਐਕਟ ਦੇ ਅਧੀਨ ਲੈਫ ਦਾ ਸਿਧਾਂਤ ਖਤਮ ਕਰ ਦਿੱਤਾ ਸੀ। ਲੈਫ ਦਾ ਸਿਧਾਂਤ ਦੋਸਤੋ ਇਸ ਕਰਕੇ ਖਤਮ ਕੀਤਾ ਗਿਆ ਸੀ ਕਿਉਂਕਿ ਇਸ ਐਕਟ ਦੇ ਅਧੀਨ 1857 ਦਾ ਵਿਦਰੋਹ ਵੀ ਹੋਇਆ ਸੀ ਅਤੇ ਇਸ ਐਕਟ ਦੇ ਅਧੀਨ ਦੋਸਤੋ ਗੋਦ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ। ਮਹਾਰਾਣੀ ਵਿਕਟੋਰੀਆ ਨੇ ਜਿਹਨੇ ਨਵੰਬਰ ਦੇ ਵਿੱਚ ਇਲਾਹਾਬਾਦ ਦੇ ਵਿੱਚ ਇੱਕ ਘੋਸ਼ਣਾ ਪੜ੍ਹ ਕੇ ਸੁਣਾਈ ਸੀ, ਇਸ ਦੇ ਐਕਟ ਦੇ ਅਧੀਨ ਉਹ ਖਤਮ ਕੀਤਾ ਗਿਆ ਸੀ ਲੈਫ ਦਾ ਸਿਧਾਂਤ। ਕਿਸ ਐਕਟ ਦੇ ਅਧੀਨ ਗਵਰਨਰ ਜਨਰਲ ਵਾਇਸਰਾਏ ਬਣ ਗਿਆ ਸੀ? ਦੋਸਤੋ 1857 ਤੋਂ ਵਿਦਰੋਹ ਤੋਂ ਬਾਅਦ 1858 ਦਾ ਐਕਟ ਆਇਆ, ਜਿਸ ਦੇ ਅਧੀਨ ਇੰਡੀਆ ਦਾ ਲਾਸਟ ਗਵਰਨਰ ਜਨਰਲ ਲਾਰਡ ਕੈਨਿੰਗ ਅਤੇ ਭਾਰਤ ਦਾ ਪਹਿਲਾ ਵਾਇਸਰਾਏ ਵੀ ਲਾਰਡ ਕੈਨਿੰਗ ਬਣ ਗਿਆ ਸੀ। ਜਿਹੜਾ ਗਵਰਨਰ ਜਨਰਲ ਸੀ ਇੰਡੀਆ ਦਾ ਲਾਰਡ ਕੈਨਿੰਗ ਜਿਹੜਾ ਲਾਸਟ ਸੀ, ਇਸ ਦੇ ਅਧੀਨ ਵਾਇਸਰਾਏ ਬਣ ਗਿਆ ਸੀ। ਕਿਹੜਾ ਐਕਟ ਸੀ ਦੋਸਤੋ? 1858। ਕਿਸ ਐਕਟ ਦੇ ਅਧੀਨ ਸੈਕਟਰੀ ਆਫ ਸਟੇਟ ਦੀ ਸਥਾਪਨਾ ਕੀਤੀ ਗਈ ਸੀ? ਦੋਸਤੋ ਅਸੀਂ ਪਹਿਲਾਂ ਕਿਹਾ ਕਿ ਬੋਰਡ ਆਫ ਕੰਟਰੋਲ ਦੀ ਖਾਤਮਾ ਹੋ ਗਿਆ ਸੀ, ਸੈਕਟਰੀ ਆਫ ਸਟੇਟ ਬਣ ਗਿਆ ਸੀ। ਇਹ ਐਕਟ 1858 ਦਾ ਸੀ। ਮੁਗਲ ਵੰਸ਼ ਦਾ ਖਾਤਮਾ ਕਿਸ ਐਕਟ ਤੋਂ ਬਾਅਦ ਹੋ ਗਿਆ ਸੀ? ਮੁਗਲ ਵੰਸ਼ ਦਾ ਖਾਤਮਾ ਦੋਸਤੋ 1858 ਦੇ ਐਕਟ ਤੋਂ ਬਾਅਦ ਹੋ ਗਿਆ ਸੀ। 1857 ਦੇ ਵਿੱਚ ਲਾਸਟ ਮੁਗਲ ਬਹਾਦਰ ਸ਼ਾਹ ਜ਼ਫਰ ਸੀ, ਉਸ ਨੂੰ ਦੋਸਤੋ ਦਿੱਲੀ ਦੇ ਵਿੱਚ ਉਹਨੇ ਵਿਦਰੋਹੀਆਂ ਦੀ ਅਗਵਾਈ ਕੀਤੀ ਸੀ। ਵਿਦਰੋਹੀਆਂ ਦੀ ਅਗਵਾਈ ਦਿੱਲੀ ਦੇ ਵਿੱਚ 1857 ਦੇ ਐਕਟ ਦੇ ਵਿਦਰੋਹ ਦੇ ਸਮੇਂ ਦੋਸਤੋ ਜਿਹੜਾ ਬਹਾਦਰ ਸ਼ਾਹ ਜ਼ਫਰ ਸੀ, ਉਸ ਨੂੰ ਭਾਰਤ ਦਾ ਸਾਮਰਾਜ ਘੋਸ਼ਿਤ ਕੀਤਾ ਸੀ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ 1800 ਦਾ ਵਿਦਰੋਹ 29 ਮਾਰਚ 1857 ਨੂੰ ਸਟਾਰਟ ਹੁੰਦਾ ਬੈਕਰਪੁਰ ਛਾਉਣੀ ਤੋਂ, ਅਤੇ ਵਿਦਰੋਹੀ 9 ਮਈ 1858 ਨੂੰ ਮੇਰਠ ਵਗ ਜਾਂਦੇ ਨੇ ਅਤੇ 11 ਮਈ ਨੂੰ ਉਹ ਦਿੱਲੀ ਦੇ ਵਿੱਚ ਵਿਦਰੋਹ ਕਰਦੇ ਨੇ। ਦਿੱਲੀ ਦੇ ਵਿਦਰੋਹ ਦੇ ਵਿੱਚ ਜਿਹੜੇ ਵਿਦਰੋਹੀ ਹੁੰਦੇ ਨੇ ਉਹ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਇੰਡੀਆ ਦਾ ਸਾਮਰਾਜ ਘੋਸ਼ਿਤ ਕਰ ਦਿੰਦੇ ਨੇ, ਅਤੇ ਜਿਹੜਾ ਬਖਤ ਖਾਂ ਹੁੰਦਾ ਗਾ ਉਹ ਬਹਾਦਰ ਸ਼ਾਹ ਜ਼ਫਰ ਦਾ ਸੈਨਾਪਤੀ ਹੁੰਦਾ, ਉਹ ਇੰਡੀਆ ਦੇ ਵਿੱਚ ਵਿਦਰੋਹ ਕਰਦਾ ਗਾ, ਮੰਨ ਕੇ ਚਲੋ ਵੀ ਸੈਨਾ ਦੀ ਕਮਾਂਡ ਸਾਂਭਦਾ ਗਾ। ਇਸ ਤੋਂ ਬਾਅਦ ਜਿਹੜੀ ਅੰਗਰੇਜ਼ ਫੌਜ ਹੁੰਦੀ ਹੈ ਉਹ ਬਹਾਦਰ ਸ਼ਾਹ ਜ਼ਫਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ, ਗ੍ਰਿਫਤਾਰ ਕਰਕੇ ਰੰਗੂਨ ਭੇਜ ਦਿੰਦੀ ਹੈ, ਅਤੇ ਆਖਰੀ ਰਾਜਾ ਸੀ ਮੁਗਲ ਵੰਸ਼ ਦਾ। ਅਤੇ ਜੇ ਸਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕਿਸ ਐਕਟ ਦੇ ਅਧੀਨ ਮੁਗਲ ਵੰਸ਼ ਖਤਮ ਹੋਇਆ ਸੀ, ਉਹ 1858 ਦਾ ਐਕਟ ਸੀ। ਬੋਰਡ ਆਫ ਕੰਟਰੋਲ ਦਾ ਲਾਸਟ ਪ੍ਰਧਾਨ ਕੌਣ ਸੀ? ਦੋਸਤੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬੋਰਡ ਆਫ ਕੰਟਰੋਲ ਜਿਹੜਾ ਕਿ 1858 ਦੇ ਐਕਟ ਦੇ ਅਧੀਨ ਖਤਮ ਹੋ ਗਿਆ ਸੀ, ਉਸ ਦਾ ਲਾਸਟ ਪ੍ਰਧਾਨ ਚਾਰਲਸ ਵੁੱਡ ਸੀ, ਅਤੇ ਜਿਹੜਾ ਚਾਰਲਸ ਵੁੱਡ ਇਸ ਦਾ ਲਾਸਟ ਪ੍ਰਧਾਨ ਸੀ, ਅਤੇ ਸੈਕਟਰੀ ਆਫ ਸਟੇਟ ਪਹਿਲਾਂ ਵੀ ਚਾਰਲਸ ਵੁੱਡ ਸੀ। ਪਹਿਲਾ ਇੰਡੀਅਨ ਕੌਂਸਲ ਐਕਟ ਕਦੋਂ ਆਇਆ ਸੀ? ਦੋਸਤੋ ਕਹਿੰਦੇ ਨੇ ਵੀ 1857 ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੇ ਭਾਰਤੀ ਸੀ ਉਹਨਾਂ ਨੂੰ ਜਿਹੜਾ ਗਵਰਨਰ ਜਨਰਲ ਦੀ ਕਾਰਜ ਪ੍ਰਸ਼ਦ ਹੁੰਦੀ ਸੀ ਉਸ ਦੇ ਮੈਂਬਰ ਬਣਨ ਦਾ ਅਧਿਕਾਰ ਨਹੀਂ ਸੀ। ਜਿਹੜੀ ਗਵਰਨਰ ਜਨਰਲ ਦੀ ਕਾਰਜ ਪ੍ਰਸ਼ਦ ਹੁੰਦੀ ਸੀ ਦੋਸਤੋ ਉਹ ਇੰਡੀਆ ਦੇ ਲਈ ਕਾਨੂੰਨ ਪਾਸ ਕਰਦੀ ਸੀ, ਭਾਵ ਸਿੱਖਿਆ ਸੰਬੰਧੀ ਕਾਨੂੰਨ, ਧਰਮ ਸੰਬੰਧੀ ਕਾਨੂੰਨ। ਜਿਹੜੇ ਉਹ ਕਾਨੂੰਨ ਪਾਸ ਕਰਦੀ ਸੀ ਉਹ ਭਾਰਤ ਦੇ ਰੀਤੀ ਰਿਵਾਜ਼ਾਂ ਦਾ, ਸੱਭਿਆਚਾਰ ਦਾ ਧਿਆਨ ਵਿੱਚ ਨਹੀਂ ਰੱਖਦੀ ਸੀ। ਇਸ ਗੱਲ ਨੂੰ ਲੈ ਕੇ ਮੁੱਖ ਰੱਖਦੇ ਹੋਏ ਇੰਡੀਆ ਦੇ ਵਿੱਚ ਇੱਕ ਐਕਟ ਪਾਸ ਹੋਇਆ 1861, ਜਿਸ ਐਕਟ ਦੇ ਅਧੀਨ ਭਾਰਤੀਆਂ ਨੂੰ ਗਵਰਨਰ ਜਨਰਲ ਦੇ ਵਿਧਾਨ ਪਰਿਸ਼ਦ ਦੇ ਮੈਂਬਰ ਬਣਨ ਦਾ ਮੌਕਾ ਮਿਲ ਗਿਆ ਸੀ। 3 ਭਾਰਤੀਆਂ ਨੂੰ 1861 ਦੇ ਐਕਟ ਦੇ ਅਧੀਨ ਜੋੜਿਆ ਗਿਆ ਸੀ। ਉਹ ਸੀ ਪਟਿਆਲਾ ਦਾ ਭੁਪਿੰਦਰ ਸਿੰਘ, ਅਤੇ ਬਨਾਰਸ ਦਾ ਬਲਵੰਤ ਸਿੰਘ, ਅਤੇ ਇੱਕ ਸੀ ਦਿਨਕਰ। ਇਹ 3 ਬੰਦਿਆਂ ਨੂੰ ਜੋੜਿਆ ਗਿਆ ਸੀ 1861 ਦੇ ਐਕਟ ਦੇ ਅਧੀਨ। ਕਿਸ ਐਕਟ ਦੇ ਅਧੀਨ ਵਾਇਸਰਾਏ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਮਿਲ ਗਈ ਸੀ? ਵਾਇਸਰਾਏ ਨੂੰ ਆਰਡੀਨੈਂਸ ਕਰਨ ਦੀ ਸ਼ਕਤੀ ਮਿਲ ਗਈ ਸੀ ਦੋਸਤੋ ਜਿਵੇਂ ਅੱਜ ਰਾਸ਼ਟਰਪਤੀ ਨੂੰ ਹੈ 123 ਨੰਬਰ ਆਰਟੀਕਲ ਦੇ ਅਧੀਨ, ਇਸ ਤਰ੍ਹਾਂ ਹੀ ਗਵਰਨਰ ਜਨਰਲ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਮਿਲ ਗਈ ਸੀ ਜਿਹੜਾ ਕਿ 6 ਮਹੀਨੇ ਰਹਿੰਦਾ ਸੀ। ਇਹ ਦੋਸਤੋ ਐਕਟ 1861 ਦੇ ਅਧੀਨ ਬਣੀ ਸੀ। ਕਿਸ ਐਕਟ ਨੂੰ ਸ਼ਾਹੀ ਪਾਧੀ ਐਕਟ ਕਿਹਾ ਜਾਂਦਾ ਹੈ? 1876 ਦੇ ਐਕਟ ਨੂੰ ਸ਼ਾਹੀ ਪਾਧੀ ਐਕਟ ਕਿਹਾ ਜਾਂਦਾ ਹੈ। ਇਹ ਲਾਰਡ ਲਿਟਨ ਦੇ ਸਮੇਂ ਆਇਆ ਸੀ। ਇਸ ਐਕਟ ਨੂੰ ਸ਼ਾਹੀ ਪਾਧੀ ਐਕਟ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੋਸਤੋ 1876 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੂੰ ਕੇਸਰੀ ਹਿੰਦ ਦੀ ਉਪਾਧੀ ਦਿੱਤੀ ਗਈ ਸੀ, ਅਤੇ ਇਸ ਨੂੰ ਇੰਡੀਆ ਦੀ ਸਾਮਰਾਜੀ ਘੋਸ਼ਿਤ ਕੀਤਾ ਗਿਆ ਸੀ। ਕਦੋਂ? 1876 ਨੂੰ। ਤਾਂ ਕਰਕੇ ਇਸ ਐਕਟ ਨੂੰ ਸ਼ਾਹੀ ਪਾਧੀ ਐਕਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਸ ਐਕਟ ਦੇ ਅਧੀਨ ਭਾਰਤ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਸੀ? ਭਾਰਤੀਆਂ ਨੂੰ 1892 ਦੇ ਐਕਟ ਦੇ ਅਧੀਨ ਦੋਸਤੋ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਸੀ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਪਹਿਲੀ ਵਾਰ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ ਦੋਸਤੋ 1919 ਦੇ ਐਕਟ ਦੇ ਅਧੀਨ। ਜੇ ਪੁੱਛਿਆ ਜਾਵੇ ਵਿਸ਼ਵ ਦੇ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟ ਦਾ ਅਧਿਕਾਰ 1893 ਵਿੱਚ ਮਿਲਿਆ ਸੀ,
ਤੇ ਇੰਡੀਅਨ ਔਰਤਾਂ ਨੂੰ ਵੋਟ ਦੇਣ ਵਾਲਾ ਪਹਿਲਾ ਦੇਸ਼ ਸੀ ਦੋਸਤੋ ਨਿਊਜ਼ੀਲੈਂਡ। ਕਿਸ ਐਕਟ ਦੇ ਅਧੀਨ ਵਾਇਸਰਾਏ ਦੀ ਕਾਰਜ ਪਰਿਸ਼ਦ ਵਿੱਚ 3 ਗੈਰ ਸਰਕਾਰੀ ਭਾਰਤੀ ਮੈਂਬਰ ਸ਼ਾਮਲ ਕੀਤੇ ਗਏ ਸੀ? ਦੋਸਤੋ ਇਸ ਬਾਰੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, 3 ਮੈਂਬਰ ਸੀ, ਪਟਿਆਲਾ ਦਾ ਭੁਪਿੰਦਰ ਸਿੰਘ, ਬਨਾਰਸ ਦਾ ਬਲਵੰਤ ਸਿੰਘ ਤੇ ਦਿਨੈਕਰ ਸਿੰਘ। ਤੇ ਇਹ ਦੋਸਤੋ 1861 ਦੇ ਐਕਟ ਦੇ ਅਧੀਨ ਜੋੜੇ ਗਏ ਸੀ, ਕਿਉਂਕਿ ਇਹਦਾ ਨਾਂ ਹੀ ਇੰਡੀਅਨ ਭਾਰਤੀ ਕੌਂਸਲ ਐਕਟ ਸੀ, ਤਾਂ ਕਰਕੇ ਇਹਦਾ ਨਾਂ ਰੱਖਿਆ ਸੀ, ਕਿਉਂਕਿ ਪਹਿਲੀ ਵਾਰ ਭਾਰਤ ਦੇ 3 ਮੈਂਬਰ ਇੰਡੀਅਨ ਵਾਇਸਰਾਏ ਦੀ ਵਿਧਾਨ ਪਰਿਸ਼ਦ ਵਿੱਚ ਜੋੜੇ ਗਏ ਸੀ, ਗੈਰ ਸਰਕਾਰੀ ਮੈਂਬਰ ਸੀ ਉਹ। 1892 ਦੇ ਐਕਟ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਲਾਰਡ ਕਲਾਈਵ, ਲਾਰਡ ਕਾਰਨਵਾਲਿਸ ਤੇ ਲਾਰਡ ਲੈਸਡਾਊਨ ਸੀ। ਦੋਸਤੋ ਜਿਵੇਂ ਲਾਰਡ ਕਲਾਈਵ 1760 ਦੇ ਵਿੱਚ ਗਵਰਨਰ ਜਨਰਲ ਹੁੰਦਾ ਹੈ, ਤੇ ਜਿਹੜਾ ਲਾਰਡ ਕਾਰਨਵਾਲਿਸ ਹੈ ਦੋਸਤੋ ਇਹ 1785 ਤੋਂ ਲੈ ਕੇ 1893 ਤੱਕ ਹੁੰਦਾ ਹੈ। ਲਾਰਡ ਕਾਰਨਵਾਲਿਸ ਤੋਂ ਬਾਅਦ ਜਾਨ ਸੋਰ ਆਉਂਦਾ। ਜਾਨ ਸੋਰ ਦਾ ਸਮਾਂ ਦੋਸਤੋ 1793 ਤੋਂ ਲੈ ਕੇ 1798 ਤੱਕ ਹੈ। 98 ਤੋਂ ਬਾਅਦ 1805 ਤੱਕ ਦੋਸਤੋ ਲਾਰਡ ਡਲਹੌਜੀ ਆਉਂਦਾ। ਲਾਰਡ ਡਲਹੌਜੀ ਤੋਂ ਬਾਅਦ 5 ਤੋਂ ਲੈ ਕੇ 7 ਤੱਕ ਜਾਰਜ ਬਾਰਲੋ ਆਉਂਦਾ। 7 ਤੋਂ ਲੈ ਕੇ 13 ਤੱਕ ਦੋਸਤੋ ਲਾਰਡ ਮਿੰਟੋ ਆਉਂਦਾ ਹੈ। ਤੇ ਲਾਰਡ ਜਿਹੜਾ ਲੈਸਡਾਊਨ ਹੈ, ਲਾਰਡ ਲੈਸਡਾਊਨ ਦਾ ਸਮਾਂ ਦੋਸਤੋ 1888 ਤੋਂ ਲੈ ਕੇ 94 ਤੱਕ ਹੈ। ਇਹ ਦੋਸਤੋ ਲਾਰਡ ਕਰਜ਼ਨ ਤੋਂ ਪਹਿਲਾਂ ਬਣਦਾ ਹੈ, ਕਿਉਂਕਿ ਲਾਰਡ ਕਰਜ਼ਨ ਤੋਂ ਪਹਿਲਾਂ ਲਾਰਡ ਐਲਗਨ ਸੈਕੰਡ ਆਉਂਦਾ ਹੈ। ਲਾਰਡ ਐਲਗਨ ਸੈਕੰਡ ਤੋਂ ਲਾਰਡ ਲੈਸਡਾਊਨ ਆਉਂਦਾ ਹੈ। ਲਾਰਡ ਲੈਸਡਾਊਨ ਤੋਂ ਉੱਪਰ ਦੋਸਤੋ ਆਪਣਾ ਲਾਰਡ ਡੈਫਰਨ ਆਉਂਦਾ, ਜਦੋਂ ਕਾਂਗਰਸ ਦੀ ਸਥਾਪਨਾ ਹੁੰਦੀ ਹੈ 1885 ਦੇ ਵਿੱਚ। ਦੇਖੋ 1880 ਤੋਂ ਲੈ ਕੇ 84 ਤੱਕ ਕੌਣ ਹੁੰਦਾ ਹੈ? ਲਾਰਡ ਰਿਪਨ। 1884 ਤੋਂ 88 ਤੱਕ ਲਾਰਡ ਡੈਫਰਨ, ਜਿਸ ਦੇ ਸਮੇਂ ਕਾਂਗਰਸ ਪਾਰਟੀ ਦੀ ਸਥਾਪਨਾ ਹੁੰਦੀ ਹੈ। 88 ਤੋਂ ਲੈ ਕੇ ਦੋਸਤੋ ਜਿਹੜਾ ਆਪਣਾ 94 ਤੱਕ ਹੁੰਦਾ ਉਹ ਹੁੰਦਾ ਲਾਰਡ ਲੈਸਡਾਊਨ। ਲਾਰਡ ਲੈਸਡਾਊਨ ਦੇ ਸਮੇਂ 1893 ਦੇ ਵਿੱਚ ਜਿਵੇਂ ਕਈ ਘਟਨਾਵਾਂ ਹੁੰਦੀਆਂ ਨੇ 1893 ਵਿੱਚ, ਜਿਵੇਂ ਸਵਾਮੀ ਵਿਵੇਕਾਨੰਦ ਸ਼ਿਕਾਗੋ ਦੇ ਵਿੱਚ ਭਾਸ਼ਣ ਦਿੰਦਾ ਹੈ, ਅਤੇ 1893 ਦੇ ਵਿੱਚ ਐਨੀ ਵੇਸਟ ਏਅਰਲੈਂਡ ਤੋਂ ਆਉਂਦੀ ਹੈ। 1893 ਦੇ ਵਿੱਚ ਆਪਣੇ ਬਾਲ ਗੰਗਾਧਰ ਤਿਲਕ ਜੀ ਪੂਨੇ ਵਿਖੇ ਉਹਦੀ ਇੱਕ ਫੈਸਟੀਵਲ ਸਟਾਰਟ ਕਰਦੇ ਨੇ, ਉਹ ਮੇਰੇ ਹੁਣ ਧਿਆਨ ਵਿੱਚ ਨਹੀਂ ਹੈਗਾ। ਇੱਕ ਫੈਸਟੀਵਲ 1893 ਦੇ ਵਿੱਚ ਸਟਾਰਟ ਕਰਦੇ ਨੇ ਮਹਾਰਾਸ਼ਟਰ ਪੂਨੇ ਦੇ ਵਿੱਚ ਬਾਲ ਗੰਗਾਧਰ ਤਿਲਕ। ਤੇ ਕਿਸ ਐਕਟ ਦੇ ਅਧੀਨ ਵਿਭਾਗੀ ਸਿਸਟਮ ਸ਼ੁਰੂ ਹੋਇਆ ਸੀ? ਇਹ ਦੋਸਤੋ ਵਿਭਾਗੀ 1861 ਦੇ ਅਧੀਨ ਸਟਾਰਟ ਹੋਇਆ ਸੀ। ਭਾਰਤ ਨੂੰ ਬਜਟ 'ਤੇ ਬਹਿਸ ਕਰਨ ਦਾ ਅਧਿਕਾਰ ਕਦੋਂ ਮਿਲ ਗਿਆ ਸੀ? ਭਾਰਤ ਨੂੰ ਬਜਟ 'ਤੇ ਬਹਿਸ ਕਰਨ ਦਾ ਅਧਿਕਾਰ ਦੋਸਤੋ 1892 'ਚ ਮਿਲ ਗਿਆ ਸੀ। ਵਾਇਸਰਾਏ ਦੀ ਕਾਰਜ ਪਰਿਸ਼ਦ ਵਿੱਚ 6 ਮੈਂਬਰ ਕਦੋਂ ਜੋੜੇ ਗਏ ਸੀ? ਵਾਇਸਰਾਏ ਦੀ ਕਾਰਜ ਪਰਿਸ਼ਦ ਤੁਹਾਨੂੰ ਪਤਾ ਦੋਸਤੋ 6 ਮੈਂਬਰ ਜੋੜੇ ਗਏ ਸੀ। 6ਵਾਂ ਮੈਂਬਰ ਸੀ ਜਿਹੜਾ 1861 ਦੇ ਵਿੱਚ ਜੋੜਿਆ ਗਿਆ ਸੀ। 61 ਦੇ ਵਿੱਚ ਜੋੜਿਆ ਗਿਆ ਸੀ। 1876 'ਚ, ਹਾਂ। ਵਾਇਸਰਾਏ ਦੀ ਕਾਰਜ ਵਿੱਚ 6ਵਾਂ ਮੈਂਬਰ ਕਦੋਂ? 6ਵਾਂ ਮੈਂਬਰ ਲਿਖਣਾ ਸੀ ਦੋਸਤੋ, ਥੋੜ੍ਹੀ ਮਿਸਟੇਕ ਆਪਰੇਸ਼ਨ ਦੇ ਵਿੱਚ। ਵਾਇਸਰਾਏ ਦੀ ਕਾਰਜ ਪਰਿਸ਼ਦ ਵਿੱਚ ਜਿਹੜਾ 6ਵਾਂ ਮੈਂਬਰ ਸੀ ਦੋਸਤੋ ਇਹ 1876 'ਚ ਜੋੜਿਆ ਗਿਆ ਸੀ, ਕਿਉਂਕਿ 5ਵਾਂ ਮੈਂਬਰ 1861 'ਚ ਜੋੜਤਾ ਸੀ, ਚੌਥਾ ਮੈਂਬਰ 1833 'ਚ ਜੋੜਤਾ ਸੀ। ਕਿਸ ਐਕਟ ਦੇ ਅਧੀਨ ਪਹਿਲੀ ਵਾਰ ਵਿਧਾਨਕ ਵਿਕੇਂਦਰੀਕਰਨ ਕੀਤਾ ਗਿਆ ਸੀ? ਪਹਿਲਾਂ ਹੀ ਪੜ੍ਹਿਆ ਦੋਸਤੋ 1853, ਕਿਉਂਕਿ ਜਦੋਂ 1853 ਦਾ ਐਕਟ ਆਇਆ ਉਸ ਤੋਂ ਪਹਿਲਾਂ ਵਾਇਸਰਾਏ ਆਪਾਂ ਜਿਹੜਾ ਗਵਰਨਰ ਜਨਰਲ ਸੀ ਉਹਦੇ ਵਿੱਚ ਇਕੱਲੀ ਕਾਰਜ ਪਰਿਸ਼ਦ ਦੇ ਮੈਂਬਰ ਹੁੰਦੇ ਸੀ, ਪਰ 1853 ਦੇ ਵਿੱਚ ਵਿਧਾਨ ਪਰਿਸ਼ਦ ਸ਼ਾਮਲ ਕੀਤੀ ਜਾਂਦੀ, ਜਿਸ ਦੇ ਵਿੱਚ ਪਹਿਲੀ ਵਾਰ 6 ਮੈਂਬਰ ਜੁੜੇ ਜਾਂਦੇ ਨੇ। ਇਸ ਕਰਕੇ ਵਿਧਾਨਕ ਵਿਕੇਂਦਰੀਕਰਨ ਕਦੋਂ ਹੋਇਆ ਸੀ? 1853 'ਚ ਹੋਇਆ ਸੀ। ਦੋਸਤੋ ਆਸ ਕਰਦਾ ਹਾਂ ਤੁਹਾਨੂੰ ਅੱਜ ਦੀ ਕਲਾਸ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਕੱਲ੍ਹ ਤੁਹਾਡੇ ਲਈ ਇਸ ਤਰ੍ਹਾਂ ਦੀ ਹੀ ਕਲਾਸ ਲੈ ਕੇ ਆਇਆ ਕਰਾਂਗੇ। ਹਰ ਰੋਜ਼ ਮੇਰਾ ਮੋਟਿਵ ਹੈ ਕਿ ਤੁਹਾਡੇ ਲਈ ਵੱਧ ਤੋਂ ਵਧੀਆ ਮੇਰਾ ਦੇਸ਼ ਹੈ, ਤੁਹਾਡੇ ਲਈ ਵਧੀਆ ਤੋਂ ਵਧੀਆ ਕਲਾਸ ਹਰ ਰੋਜ਼ ਲੈ ਕੇ ਆਵਾਂ। ਇਸ ਕਰਕੇ ਦੋਸਤੋ ਜੇਕਰ ਤੁਹਾਨੂੰ ਸਾਡੀ ਕਲਾਸ ਵਧੀਆ ਲੱਗਦੀ ਹੈ, ਸ਼ੇਅਰ, ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ। ਜੇਕਰ ਕਿਸੇ ਪ੍ਰਸ਼ਨ 'ਤੇ ਡਾਊਟ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ। ਧੰਨਵਾਦ ਜੀ।